ਜਿਹੜਾ ਤੁਸੀਂ ਅੱਜ ਇਹ ਕਿਹਾ ਬਲਵੀਰ ਸਿੰਘ ਰਾਜੇਵਾਲ ਹੋਣਾ ਤੇ ਤੁਸੀਂ ਨੇ ਇੱਕ ਦੋਸ਼ ਲਾਇਆ ਕਿ ਉਹ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਇਹਦੇ ਪ੍ਰਗਟਾਵੇ ਨੇ ਜੀ, ਸਪਸ਼ਟ ਪ੍ਰਗਟਾਵੇ ਆ। ਤਾਂ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਵੀ ਆਗੂ ਜਿਹੜੇ ਹੈਗੇ ਆ, ਉਹਨਾਂ ਨੇ ਮਤਲਬ ਕਿ ਉਦੋਂ ਇਸ ਗੱਲ ਦੇ ਉੱਤੇ ਬੜਾ ਸਟੈਂਡ ਲਿਆ ਕਿ ਆਪਾਂ ਦਿੱਲੀ ਨਹੀਂ ਜਾਣਾ। ਇੱਕ ਤਾਂ ਉਹ ਪ੍ਰਗਟਾਵਾ ਹੈਗਾ। ਦੁਨੀਆ ਦਾ ਮੈਨੂੰ ਤੁਸੀਂ ਕੋਈ ਛੋਟੇ ਤੋਂ ਛੋਟਾ ਸੰਘਰਸ਼ ਦੱਸ ਦਿਓ, ਛੋਟੇ ਤੋਂ ਛੋਟਾ, ਸਧਾਰਨ ਤੋਂ ਸਧਾਰਨ, ਵੀ ਜਿਹਦੇ ਖਿਲਾਫ ਲੜਿਆ ਜਾ ਰਿਹਾ ਹੋਵੇ, ਕਦੇ ਉਹਨੂੰ ਪੁੱਛ ਕੇ ਵੀ ਸੰਘਰਸ਼ ਹੁੰਦਾ। ਮਤਲਬ ਮੈਂ ਦੇਖੋ ਜਿੰਨਾ ਕਿ ਮੈਂ ਪੜ੍ਹਿਆ ਜਾਂ ਸੁਣਿਆ ਆਪਣੇ ਬਜ਼ੁਰਗਾਂ ਤੋਂ ਹੁਣ ਤੱਕ, ਠੀਕ ਹੈ, ਜਾਂ ਮੈਂ ਕਿਤੇ ਪੜ੍ਹਿਆ, ਮੈਂ ਤਾਂ ਨਹੀਂ ਜੀ ਕਿਤੇ ਪੜ੍ਹਿਆ ਇਦਾਂ ਦਾ ਕੁਛ ਵੀ ਕਦੇ ਪੁੱਛ ਕੇ ਵੀ ਇਦਾਂ ਹੋਵੇ, ਪੁੱਛ ਕੇ ਤੁਸੀਂ ਬੰਦੇ ਤੈਅ ਕਰੋ, ਪੁੱਛ ਕੇ ਤੁਸੀਂ ਥਾਵਾਂ ਤੈਅ ਕਰੋ, ਤੇ ਜਿਹਦੇ ਖਿਲਾਫ ਲੜਨਾ ਹੋਵੇ ਉਹ ਤੁਹਾਨੂੰ ਸਿਕਿਉਰਟੀਆਂ ਦੇ ਕੇ ਉਹਦੀ ਸਿਕਿਉਰਟੀ ਤੁਹਾਨੂੰ ਲੈਣ ਆਵੇ, ਉਹਦੀ ਸਿਕਿਉਰਟੀ ਤੁਹਾਨੂੰ ਛੱਡਣ ਆਵੇ। ਇਹ ਫਿਰ ਤੈਅ ਹੋ ਰਿਹਾ ਇਹਦੇ ਵਿੱਚ ਸਰਕਾਰ ਦੇ ਅਕੋਰਡਿੰਗ ਚਲਾ ਰਿਹਾ। ਸਤਿ ਸ਼੍ਰੀ ਅਕਾਲ ਜੀ, ਮੈਂ ਇੰਦਰ ਚਹਿਲ ਤੇ ਤੁਸੀਂ ਦੇਖ ਰਹੇ ਹੋ ਦਾ ਸਟੋਰੀ ਟੀਵੀ। ਅੱਜ ਸਾਡੇ ਨਾਲ ਨੇ ਪ੍ਰੋਫੈਸਰ ਪ੍ਰਭਜੋਤ ਸਿੰਘ ਘੱਗਾ ਜੀ, ਉਹਨਾਂ ਦੇ ਨਾਲ ਅਸੀਂ ਖਾਸ ਗੱਲਬਾਤ ਕਰਾਂਗੇ। ਕਿਸਾਨ ਅੰਦੋਲਨ ਦੇ ਨਾਲ ਸ਼ੁਰੂ ਤੋਂ ਲੈ ਕੇ ਜੁੜੇ ਹੋਏ ਨੇ। ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹਾਂਜੀ, ਧੰਨਵਾਦ। ਜਿਹੜਾ ਤੁਸੀਂ ਅੱਜ ਇਹ ਕਿਹਾ ਬਲਵੀਰ ਸਿੰਘ ਰਾਜੇਵਾਲ ਹੋਣਾ ਤੇ ਤੁਸੀਂ ਨੇ ਇੱਕ ਦੋਸ਼ ਲਾਇਆ ਕਿ ਉਹ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ। ਜਿਸ ਤਰ੍ਹਾਂ ਸਰਕਾਰ ਕਹੂਗੀ ਉਹ ਉਸੇ ਤਰ੍ਹਾਂ ਜਿਹੜਾ ਅੰਦੋਲਨ ਦਾ ਰੁਖ ਉਧਰ ਨੂੰ ਕਰ ਦੇਣਗੇ, ਤਾਂ ਇਸ ਗੱਲ ਵਿੱਚ ਕਿੰਨੀ ਕੁ ਸੱਚਾਈ ਆ? ਤੁਸੀਂ ਪੁਖਤਾ ਸਬੂਤਾਂ ਦੇ ਆਧਾਰ ਤੇ ਕਹਿ ਰਹੇ ਹੋ ਇਹ ਚੀਜ਼? ਇਹਦੇ ਪ੍ਰਗਟਾਵੇ ਨੇ ਜੀ, ਸਪਸ਼ਟ ਪ੍ਰਗਟਾਵੇ ਆ। 26 ਨਵੰਬਰ ਨੂੰ ਮੈਂ ਪਹਿਲਾਂ 26 ਨਵੰਬਰ ਤੋਂ ਗੱਲ, 3 ਰੈਫਰੈਂਸ ਨੇ ਇਸ ਮੋਰਚੇ ਦੇ, ਵੱਡੇ ਰੈਫਰੈਂਸ ਨੇ ਉਹ 3 ਰੈਫਰੈਂਸਿਸ ਦੇ ਵਿੱਚੋਂ ਦੀ ਤੁਸੀਂ ਸਾਰੀ ਗੱਲ ਨੂੰ ਸਮਝ ਸਕਦੇ ਹੋ। 26 ਨਵੰਬਰ ਨੂੰ ਜਦੋਂ ਕਿਸਾਨਾਂ ਨੇ ਦਿੱਲੀ ਜਾਣ ਦੇ ਲਈ ਸਰਕਾਰ ਨੇ ਬੈਰੀਗੇਡ ਲਾਇਆ ਔਰ ਕਿਸਾਨਾਂ ਨੇ ਬੈਰੀਗੇਡ ਤੋੜੇ। ਬੈਰੀਗੇਡ ਤੋੜ ਕੇ ਜਦੋਂ ਉਹ ਦਿੱਲੀ ਵੱਲ ਨੂੰ ਵਧਣ ਲੱਗੇ ਤਾਂ ਉਦੋਂ ਇਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਇੱਕ ਹਿੱਸਾ ਜਿਹੜਾ ਆ ਉਹ ਇਸ ਗੱਲ ਦੇ ਸਰਕਾਰ ਕਿਸਾਨਾਂ ਦੇ ਨਾਲ ਉਹਨਾਂ ਦੇ ਮਤਭੇਦ ਹੋਏ। ਉਹਨਾਂ ਨੇ ਕਿਹਾ ਵੀ ਆਪਾਂ ਇੱਥੇ ਹੀ ਬਹਿਣਾ ਹਰਿਆਣੇ ਦੇ ਬਾਰਡਰਾਂ ਤੇ, ਕਿਸਾਨਾਂ ਨੇ ਕਿਹਾ ਕਿ ਆਪਾਂ ਦਿੱਲੀ ਜਾਣਾ। ਦੋ ਵਿਚਾਰ ਪੈਦਾ ਹੋ ਗਏ ਉੱਥੇ, ਠੀਕ ਹੈ ਜੀ। ਉਹਨਾਂ ਦੋ ਵਿਚਾਰਾਂ ਦੇ ਵਿੱਚੋਂ ਜਿਹੜਾ ਵਿਚਾਰ ਦਿੱਲੀ ਜਾਣ ਵਾਲਾ ਜਿੱਤਿਆ ਔਰ ਉਹ ਅੰਦੋਲਨ ਦੇ ਪੱਖ 'ਚ ਸੀਗਾ। ਜਿਹੜਾ ਇਹ ਵਿਚਾਰ ਸੀਗਾ ਕਿ ਹਰਿਆਣੇ ਦੇ ਬਾਰਡਰਾਂ ਤੇ ਬੈਠਣਾ, ਤੁਸੀਂ ਮੈਂ ਸਾਰੇ ਲੋਕ ਕਿਸਾਨ ਇੰਨੇ ਕੁ ਦਾ ਸਧਾਰਨ ਬੁੱਧ ਮੱਤ ਵਾਲਾ ਬੰਦਾ ਵੀ ਸਮਝ ਸਕਦਾ ਕਿ ਹਰਿਆਣੇ ਦੇ ਬਾਰਡਰਾਂ ਤੇ ਬੈਠਣ ਦਾ ਮਤਲਬ ਕੀ ਸੀ, ਦਿੱਲੀ ਦੇ ਬਾਰਡਰਾਂ ਤੇ ਬੈਠਣ ਦਾ ਮਤਲਬ ਕੀ ਹੈ। ਤੇ ਜਿਹੜੇ ਲੋਕ ਹਰਿਆਣੇ ਦੇ ਬਾਰਡਰਾਂ ਤੇ ਬੈਠਣ ਦੀ ਗੱਲ ਕਰ ਰਹੇ ਸੀਗੇ ਤਾਂ ਉਹ ਅੰਦੋਲਨ ਦੇ ਪੱਖ 'ਚ ਸੀਗੇ ਜਾਂ ਫਿਰ ਸਰਕਾਰ ਦੇ ਪੱਖ ਸੀਗੇ। ਸਰਕਾਰ ਚਾਹੁੰਦੀ ਸੀ ਕਿ ਹਰਿਆਣੇ ਦੇ ਬਾਰਡਰਾਂ ਤੇ ਬੈਠੇ ਰਹੋ, ਆਓ ਹੀ ਨਾ, ਉਹ ਤਾਂ ਹੀ ਕਹਿੰਦੇ ਸੀਗੇ। ਤਾਂ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਵੀ ਆਗੂ ਜਿਹੜੇ ਹੈਗੇ ਆ, ਉਹਨਾਂ ਨੇ ਮਤਲਬ ਕਿ ਉਦੋਂ ਇਸ ਗੱਲ ਦੇ ਉੱਤੇ ਬੜਾ ਸਟੈਂਡ ਲਿਆ ਕਿ ਆਪਾਂ ਦਿੱਲੀ ਨਹੀਂ ਜਾਣਾ। ਇੱਕ ਤਾਂ ਉਹ ਪ੍ਰਗਟਾਵਾ ਹੈਗਾ ਆ, ਸਪਸ਼ਟ ਪ੍ਰਗਟਾਵਾ। ਦੂਸਰਾ, ਜਦੋਂ 26 ਜਨਵਰੀ ਨੂੰ ਗਣਤੰਤਰ ਪਰੇਡ ਹੁੰਦੀ ਹੈ ਔਰ ਇਹ ਗੱਲ ਕਹੀ ਗਈ ਕਿ ਆਪਾਂ ਦਿੱਲੀ ਜਾਵਾਂਗੇ, ਦਿੱਲੀ ਦੇ ਅੰਦਰ ਐਂਟਰ ਹੋਵਾਂਗੇ, ਟਰੈਕਟਰਾਂ ਦੇ ਬਰਾਬਰ, ਟੈਂਕਾਂ ਦੇ ਬਰਾਬਰ ਟਰੈਕਟਰਾਂ ਦੀ ਪਰੇਡ ਕਰਾਂਗੇ। ਤਾਂ ਉਸ ਤੋਂ ਬਾਅਦ ਜਦੋਂ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਆ ਗਏ, ਹੈ ਨਾ, ਤਾਂ 17 ਜਨਵਰੀ ਨੂੰ ਦਿੱਲੀ ਦੇ ਅੰਦਰ ਜਾਣ ਦੀ ਗੱਲ ਤੋਂ ਆਊਟਰ ਰਿੰਗ ਰੋਡ ਦੀ ਗੱਲ ਹੋਈ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਆਊਟਰ ਰਿੰਗ ਰੋਡ ਦੀ ਗੱਲ ਹੋ ਗਈ ਵੀ ਆਊਟਰ ਰਿੰਗ ਰੋਡ ਤੇ ਜਾਵਾਂਗੇ। ਚਲੋ, ਫਿਰ ਉਸ ਤੋਂ ਬਾਅਦ ਇਹ ਕਿਹਾ ਗਿਆ ਵੀ ਆਊਟਰ ਰਿੰਗ ਰੋਡ ਤੇ ਜਾਵਾਂਗੇ ਔਰ ਦਿੱਲੀ ਪੁਲਿਸ ਨਾਲ ਕੋਈ ਮੀਟਿੰਗ ਨਹੀਂ ਕਰਾਂਗੇ। ਫਿਰ 22 ਜਨਵਰੀ ਨੂੰ ਜਿਹੜੀ ਆਖਰੀ ਮੀਟਿੰਗ, 11ਵੀਂ ਦੀ ਆਖਰੀ ਮੀਟਿੰਗ ਹੈ ਹੁਣ ਤੱਕ ਦੀ ਸਾਡੀ, ਉਸ ਤੋਂ ਬਾਅਦ 23 ਜਨਵਰੀ ਨੂੰ ਦਿੱਲੀ ਕਮਿਸ਼ਨਰ ਨਾਲ ਮੀਟਿੰਗ ਕੀਤੀ ਜਾਂਦੀ ਹੈ। ਸਰਕਾਰ ਨੂੰ ਪੁੱਛ ਕੇ ਬੰਦਿਆਂ ਦੀ, ਟਰੈਕਟਰਾਂ ਦੀ ਗਿਣਤੀ ਤੈਅ ਕੀਤੀ ਜਾਂਦੀ ਹੈ, ਰੂਟ ਤੈਅ ਕੀਤਾ ਜਾਂਦਾ। ਦੁਨੀਆ ਦਾ ਮੈਨੂੰ ਤੁਸੀਂ ਕੋਈ ਛੋਟੇ ਤੋਂ ਛੋਟਾ ਸੰਘਰਸ਼ ਦੱਸ ਦਿਓ, ਛੋਟੇ ਤੋਂ ਛੋਟਾ, ਸਧਾਰਨ ਤੋਂ ਸਧਾਰਨ, ਵੀ ਜਿਹਦੇ ਖਿਲਾਫ ਲੜਿਆ ਜਾ ਰਿਹਾ ਹੋਵੇ, ਕਦੇ ਉਹਨੂੰ ਪੁੱਛ ਕੇ ਵੀ ਸੰਘਰਸ਼ ਹੁੰਦਾ। ਸਾਹਮਣੇ ਵਾਲਾ ਤੁਹਾਨੂੰ ਕਹੂਗਾ ਵੀ ਤੁਸੀਂ ਇੱਦਾਂ, ਜਾਂ ਉਹ ਤੈਅ ਕਰੂਗਾ ਕਿ ਤੁਸੀਂ ਸੰਘਰਸ਼ ਕਿੱਦਾਂ ਦਾ ਕਰੋਗੇ, ਕਿਸ ਰੂਪ ਰੇਖਾ ਨਾਲ ਕਰੋਗੇ, ਹੈ ਨਾ। ਉਹਦਾ ਸੰਘਰਸ਼ ਦਾ ਕਿਰਦਾਰ ਉਹ ਥੋੜ੍ਹਾ ਤੈਅ ਕਰੂਗਾ, ਤੁਸੀਂ ਤੈਅ ਕਰਨਾ। ਔਰ ਖਾਸ ਜੋ ਤੁਹਾਡੇ ਹੱਕ ਦੇ ਵਿੱਚ ਇੰਨੀ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਏ ਹੋਣ, ਦੁਨੀਆ ਦਾ ਵੱਡੇ ਹਿੱਸੇ ਦਾ ਸਪਸ਼ਟ ਫਤਵਾ ਤੁਹਾਡੇ ਹੱਕ ਦੇ ਵਿੱਚ ਹੋਵੇ ਤਾਂ ਤੁਸੀਂ ਸਰਕਾਰਾਂ ਨੂੰ ਪੁੱਛਣ ਜਾਓ। ਤਾਂ ਫਿਰ ਜਿਹੜੀ ਧਿਰ ਪੁੱਛਣ ਗਈ ਸੀਗੀ, ਹੁਣ ਮੈਂ ਇੱਥੇ ਇਹ ਵੀ ਗੱਲ ਕਲੀਅਰ ਕਰਦੇ ਹਾਂ, ਇਸ ਗੱਲ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਵਿਚਲਾ ਇੱਕ ਵੱਡਾ ਹਿੱਸਾ ਖਫਾ ਸੀਗਾ। ਅਸੀਂ ਕਿਉਂਕਿ ਵਿੱਚ ਵੀ ਇਹ ਪੁੱਛੇ ਇੱਦਾਂ ਨਹੀਂ ਹੋਣਾ ਚਾਹੀਦਾ, ਪਰ ਚਲੋ ਇੱਕ ਮਤਲਬ ਫਿਰ ਵੀ ਇੱਕ ਯੂਨਿਟੀ ਆ ਹੁੰਦੀ ਹੈ ਨਾ, ਉਹਦੀ ਇੱਕ ਬੰਦਿਸ਼ ਹੈਗੀ ਆ, ਕੋਈ ਜ਼ਾਬਤਾ ਆ, ਉਹ ਜ਼ਾਬਤੇ ਦੇ ਵਿੱਚ ਬੱਝੇ ਰਹੇ ਤਾਂ ਉਸ ਕਰਕੇ ਉਹਨਾਂ ਨੂੰ ਪਬਲਿਕਲੀ ਇਹ ਸਵੀਕਾਰਨਾ ਪਿਆ। ਪਰ ਜਿਹੜੀ ਉਹ ਧਿਰ ਜਿਹੜੀ ਹੈਗੀ ਆ, ਜਿਹੜੀ, ਔਰ ਮੈਂ ਸਾਫ਼ ਕਹਿ ਦਿਆਂ ਕਿ ਜੋਗਿੰਦਰ ਯਾਦਵ ਹੋਰੀ ਜਿਹੜੇ ਹੈਗੇ ਨੇ, ਉਹਨਾਂ ਦੀ ਇਹ ਪ੍ਰਪੋਜ਼ਲ ਸੀਗੀ। ਜੇ ਕੋਈ ਇਮਾਨਦਾਰੀ ਦੇ ਨਾਲ ਇਸ ਗੱਲ ਨੂੰ ਮੰਨੇ ਕਿ ਜੋਗਿੰਦਰ ਯਾਦਵ ਹੋਰਾਂ ਦੀ ਪ੍ਰਪੋਜ਼ਲ ਸੀ ਦਿੱਲੀ ਕਮਿਸ਼ਨਰ ਨਾਲ ਮੀਟਿੰਗ ਕਰਨ ਦੀ, ਔਰ ਇਹ ਸਾਰਾ ਜਿਹੜਾ ਰੂਟ ਤੈਅ ਹੋਇਆ ਦਿੱਲੀ ਦਾ ਦਿਹਾਤੀ ਇਲਾਕਾ, ਹਰਿਆਣੇ ਦੇ ਪਿੰਡ, ਇਹ ਜੋਗਿੰਦਰ ਯਾਦਵ ਹੋਰਾਂ ਦੀ, ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਪ੍ਰਪੋਜ਼ਲ ਹੈ, ਜਾਂ ਉਹਨਾਂ ਦੇ ਨਾਲ ਉਸ ਧਿਰ ਦੀ ਪ੍ਰਪੋਜ਼ਲ ਆ ਜਿਹੜੀ ਇਹਨੂੰ ਉਹ ਰੁੱਖ ਹੀ ਨਹੀਂ ਕਰਨ ਦੇਣਾ ਚਾਹੁੰਦੀ ਸੀ ਮੋਰਚੇ ਦੇ ਅੰਦੋਲਨ ਨੂੰ, ਕਿ ਉਹ ਸਰਕਾਰ ਦੇ ਗਲ ਦੀ ਹੱਡੀ ਬਣੇ ਤੇ ਸਰਕਾਰ ਨੂੰ ਝੁਕਣ ਲਈ ਮਜਬੂਰ ਕਰੇ। ਤਾਂ ਇਹ ਗੱਲ ਸਪਸ਼ਟ ਹੋ ਗਈ ਦੂਜੀ ਵਾਰ ਫਿਰ ਕਿ ਸਰਕਾਰ ਨੂੰ ਪੁੱਛ ਕੇ ਜਦੋਂ ਅਸੀਂ ਤੈਅ ਕਰਦੇ ਹਾਂ ਤਾਂ ਉਹ ਸਪਸ਼ਟ ਹੋ ਗਿਆ ਕਿ ਤੁਸੀਂ ਜਦੋਂ ਸਰਕਾਰ ਨੂੰ ਪੁੱਛ ਲਿਆ ਤਾਂ ਫਿਰ ਸਰਕਾਰ ਦੇ ਅਕੋਰਡਿੰਗ ਚੱਲ ਗਏ ਨਾ ਆਪਾਂ, ਤਾਂ ਫਿਰ ਤੈਅ ਹੀ ਹੋ ਗਿਆ। ਫਿਰ ਕਹਿਣ ਦੀ ਕੀ ਲੋੜ ਆ ਵੀ ਸਰਕਾਰ ਦੇ ਅਕੋਰਡਿੰਗ ਚੱਲ ਰਹੇ ਨੇ ਕਿ ਨਹੀਂ ਚੱਲ ਰਹੇ, ਉਹਨਾਂ ਨੇ ਆਪ ਹੀ ਸਿੱਧ ਕਰਤੀ ਇਹ ਗੱਲ। ਤੀਜੀ ਮੈਂ ਕਿਹਾ ਵੀ 3 ਰੈਫਰੈਂਸ ਨੇ। ਤੀਜਾ, ਕਿਸਾਨ ਸੰਸਦ ਲੱਗੀ ਹੁਣ ਪਿੱਛੇ, ਠੀਕ ਹੈ। ਕਿਸਾਨ ਸੰਸਦ ਦੇ ਵਿੱਚ ਬੰਦਿਆਂ ਦੀ ਗਿਣਤੀ 200 ਬੰਦਾ ਲੈ ਕੇ ਆਇਓ, ਗਲ ਦੇ ਵਿੱਚ ਆਪਣਾ ਟੈਗ ਪਾ ਕੇ ਆਉਣਾ, ਠੀਕ ਹੈ ਜੀ। ਆਹ ਜਗ੍ਹਾ ਤੇ ਬਹਿਣਾ, ਸਰਕਾਰ ਦੀ ਸਿਕਿਉਰਿਟੀ ਲੈਣ ਆਊਗੀ, ਸਰਕਾਰ ਦੀ ਸਿਕਿਉਰਿਟੀ ਤੁਹਾਨੂੰ ਛੱਡਣ ਜਾਊਗੀ। ਇੱਦਾਂ ਹੁੰਦਾ ਕਦੇ ਵੀ ਨਹੀਂ।
ਮਤਲਬ ਮੈਂ ਦੇਖੋ ਜਿੰਨਾ ਕਿ ਮੈਂ ਪੜ੍ਹਿਆ ਜਾਂ ਸੁਣਿਆ ਆਪਣੇ ਬਜ਼ੁਰਗਾਂ ਤੋਂ ਹੁਣ ਤੱਕ, ਠੀਕ ਹੈ, ਜਾਂ ਮੈਂ ਕਿਤੇ ਪੜ੍ਹਿਆ, ਮੈਂ ਤਾਂ ਨਹੀਂ ਜੀ ਕਿਤੇ ਪੜ੍ਹਿਆ ਇਦਾਂ ਦਾ ਕੁਝ ਵੀ ਕਦੇ ਪੁੱਛ ਕੇ ਵੀ ਇਦਾਂ ਹੋਵੇ, ਪੁੱਛ ਕੇ ਤੁਸੀਂ ਬੰਦੇ ਤੈਅ ਕਰੋ, ਪੁੱਛ ਕੇ ਤੁਸੀਂ ਥਾਵਾਂ ਤੈਅ ਕਰੋ, ਤੇ ਜਿਹਦੇ ਖਿਲਾਫ ਲੜਨਾ ਹੋਵੇ ਉਹ ਤੁਹਾਨੂੰ ਸਿਕਿਉਰਟੀਆਂ ਦੇ ਕੇ ਉਹਦੀ ਸਿਕਿਉਰਟੀ ਤੁਹਾਨੂੰ ਲੈਣ ਆਵੇ, ਉਹਦੀ ਸਿਕਿਉਰਟੀ ਤੁਹਾਨੂੰ ਛੱਡਣ ਆਵੇ। ਇਹ ਫਿਰ ਤੈਅ ਹੋ ਰਿਹਾ, ਇਹਦੇ ਵਿੱਚ ਸਰਕਾਰ ਦੇ ਅਕੋਰਡਿੰਗ ਚਲਾ ਰਹੇ ਹਾਂ। ਤੇ ਇੱਥੋਂ ਜਿਹੜਾ ਗੁਰਨਾਮ ਸਿੰਘ ਚੜੂਨੀ ਵੀ ਕੁਝ ਸਮਾਂ ਪਹਿਲਾਂ ਤੋਂ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਜਥੇਬੰਦੀ ਦੇ ਨਾਲ ਰਲ ਕੇ ਚੱਲਦੇ ਸੀ, ਤੇ ਉਹ ਬਾਅਦ ਚੋਂ ਵਿਚਾਲੇ ਜਾ ਕੇ ਉਹ ਅਲੱਗ ਹੋ ਗਏ। ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਵੀ ਇਹ ਗੱਲ ਦੀ ਕਿਤੇ ਨਾ ਕਿਤੇ ਇਹ ਸਥਿਤੀ ਦੀ ਭਾਂਪ ਲੱਗੀ ਹੋਣੀ ਹੈ ਵੀ ਹਾਂ ਇਸ ਤਰ੍ਹਾਂ ਹੋਣ ਜਾ ਰਿਹਾ ਤੇ ਮੈਂ ਇਹਨਾਂ ਦੇ ਨਾਲ ਨਹੀਂ ਚੱਲਣਾ, ਤੇ ਉਹਨਾਂ ਨੇ ਆਪਣੀ ਇੱਕ ਵੱਖਰੀ ਜਿਹੜੀ ਪਾਰਟੀ ਬਣਾਈ ਸੀਗੀ, ਤੇ ਉਹ ਉਸ ਗੱਲ ਇਹਦੇ ਨਾਲ ਰਿਲੇਟ ਕਰਦੀ ਹੈ ਇਹ ਸਭ ਕੁਝ ਦੇ ਨਾਲ? ਦੇਖੋ ਇੱਕ ਤਾਂ ਇਹ ਆ ਵੀ ਇਹਦੇ ਤੇ ਸਟੈਂਡ ਤਾਂ ਕਲੀਅਰ ਤਾਂ ਜਰੂਨੀ ਸਾਹਿਬ ਹੀ ਕਰ ਸਕਦੇ ਆ, ਮੈਂ ਇਸ ਹੈਸੀਅਤ ਦੇ ਵਿੱਚ ਨਹੀਂ ਕਿ ਮੈਂ ਮਤਲਬ ਉਹਦੇ ਤੇ ਕੋਈ ਕਮੈਂਟ ਕਰਾਂ ਵੀ ਉਹ ਕੀ ਸੋਚਦੇ ਕੀ ਨਹੀਂ ਸੋਚਦੇ। ਤੁਹਾਡੇ ਵਿਚਾਰ ਪੁੱਛਣੇ ਮੈਂ ਇਹ ਗੱਲ ਕਹਿ ਸਕਦਾ ਇਹਦੇ ਤੇ ਕਿ ਚੜੂਨੀ ਸਾਹਿਬ ਹੋਰਾਂ ਦੀਆਂ ਜਿੰਨੀਆਂ ਗੱਲਾਂ ਬਾਤਾਂ, ਜਿੰਨਾ ਕਿ ਮੈਂ ਉਹਨਾਂ ਨੂੰ ਬੋਲਦਿਆਂ ਸੁਣਿਆ ਜਾਂ ਪ੍ਰੈਸ ਮੀਡੀਆ ਦੇ ਵਿੱਚ ਸੁਣਿਆ, ਇੰਨਾ ਕੁ ਤਾਂ ਹੈ ਕਿ ਉਹਨਾਂ ਦੇ ਮਤਭੇਦ ਨੇ ਸੰਯੁਕਤ ਮੋਰਚੇ ਨਾਲ, ਅੰਦੋਲਨ ਲੜਨ ਦੇ ਢੰਗ ਤਰੀਕਿਆਂ ਨੂੰ ਲੈ ਕੇ ਵੀ ਮਤਭੇਦ ਨੇ, ਪਰ ਉਹ ਵੀ ਜਾਬਤੇ ਦੇ ਵਿੱਚ ਨੇ, ਠੀਕ ਹੈ, ਉਹ ਜਾਬਤਾ ਕਬੂਲ ਰਹੇ ਨੇ, ਹਜੇ ਤੱਕ ਤਾਂ ਕਬੂਲ ਰਹੇ ਨੇ। ਇੱਕ ਮਤਭੇਦ ਉਹਨਾਂ ਦਾ ਅੰਦੋਲਨ ਨੂੰ ਲੜਨ ਦੇ ਢੰਗ ਤਰੀਕਿਆਂ ਦੇ ਉੱਤੇ ਵੀ ਹੈਗਾ। ਦੂਸਰਾ ਮਤਭੇਦ ਉਹਨਾਂ ਦਾ ਹੈਗਾ ਪੰਜਾਬ ਮਿਸ਼ਨ 2022 ਨੂੰ ਲੈ ਕੇ, ਜਿਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਵੀ ਜਦੋਂ ਅੰਦੋਲਨ ਅਸੀਂ ਲੜ ਰਹੇ ਹਾਂ, ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਇੱਥੇ, ਜਿਹੜੀ ਪਾਰਟੀ ਸੱਤਾ ਦੇ ਵਿੱਚ ਹੈ ਜਾਂ ਜਿਹੜੀਆਂ ਪਾਰਟੀਆਂ ਸੱਤਾ ਦੀ ਦਾਅਵੇਦਾਰੀ ਕਰਦੀਆਂ, ਉਹ ਵੀ ਜ਼ਿੰਮੇਵਾਰ ਨੇ ਕਿਤੇ ਨਾ ਕਿਤੇ ਵੀ ਉਹ ਜਿਹੜੀਆਂ ਹੈਗੀਆਂ ਇਹ ਕਾਨੂੰਨ ਜਿਹੜੇ ਹੈਗੇ ਨੇ, ਮਤਲਬ ਜੇ ਆਏ ਆ ਹੋਂਦ ਦੇ ਵਿੱਚ, ਤਾਂ ਉਹਨਾਂ ਨੇ ਇਹਦੇ ਲਈ ਮਤਲਬ ਕਿ ਲੋਕਾਂ ਦੀ ਬਾਹ ਨਹੀਂ ਫੜੀ, ਉਹ ਲੋਕਾਂ ਦੀ ਧਿਰ ਨਹੀਂ ਬਣੇ। ਤਾਂ ਪੰਜਾਬ ਦੇ ਵਿੱਚ ਜਦੋਂ ਕਿਸਾਨ ਅੱਜ ਅਵੇਅਰ ਨੇ, ਕਿਸਾਨ ਲੜ ਹੀ ਰਹੇ ਨੇ, ਤਾਂ ਉਹਨਾਂ ਨੂੰ ਇੱਕ ਸਿਆਸੀ ਬਦਲ ਦੇਣਾ ਚਾਹੀਦਾ। ਚੜੂਨੀ ਸਾਹਿਬ ਦਾ ਵਿਚਾਰ ਇਹ ਹੈ। ਇਸ ਗੱਲ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਵਿੱਚ ਤੇ ਚੜੂਨੀ ਸਾਹਿਬ ਹੋਰਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਮਤਭੇਦ ਆ। ਇੱਕ ਅਲੱਗ ਸਵਾਲ ਪੁੱਛਣਾ ਚਾਹਾਂਗੇ, ਅੱਜ ਜਿਹੜਾ ਸਰਕਾਰ ਨੇ ਇੱਕ ਐਲਾਨ ਕੀਤਾ ਕਿ ਜਿਹੜੀ ਝੋਨੇ ਦੀ ਫਸਲ ਦੀ ਖਰੀਦ ਆ ਉਹ 10 ਅਕਤੂਬਰ ਕਰਤੀ ਜੀ, ਪਹਿਲਾਂ ਉਹ ਕੀਤੀ ਹੋਈ ਸੀ 1 ਅਕਤੂਬਰ, ਤੇ ਉਹਦੇ ਤੇ ਚੜੂਨੀ ਸਾਹਿਬ ਨੇ ਅੱਜ ਇੱਕ ਬਿਆਨ ਦਿੱਤਾ, ਮੈਂ ਸਵੇਰੇ ਸੁਣ ਕੇ ਆਇਆ, ਉਹਨਾਂ ਨੇ ਕਿਹਾ ਕਿ ਜਾਂ ਤਾਂ ਸਰਕਾਰ ਉਹ ਜਿਹੜੀ 10 ਤਰੀਕ ਕੀਤੀ ਹੈ ਉਹਨੂੰ ਅੱਗੇ ਕਰ ਲੇ, 10 ਤਰੀਕ ਤੋਂ ਪਹਿਲਾਂ ਕਰ ਦੇ। ਹਾਂ, ਉਹਨਾਂ ਨੇ 2 ਤਰੀਕ, ਅਦਰਵਾਈਜ਼ 2 ਤਰੀਕ ਨੂੰ ਇੱਕ ਬਹੁਤ ਵੱਡਾ ਐਲਾਨ ਹੋਣ ਜਾ ਰਿਹਾ। ਉਹ ਐਲਾਨ ਦੇ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਕਿ ਉਹ ਕਿਸ ਤਰ੍ਹਾਂ ਦਾ ਹੋਏਗਾ? ਉਹਦੇ ਬਾਰੇ ਕੋਈ ਐਲਾਨ ਨਹੀਂਗਾ, ਪਰ ਅਸੀਂ ਇਹ ਬੇਨਤੀ ਵੀ ਕਰਦੇ ਹਾਂ, ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਦੇ ਹਾਂ, ਕਿਉਂਕਿ ਚੜੂਨੀ ਸਾਹਿਬ ਵੀ ਬਤੌਰ ਉਹਦਾ ਪਾਰਟ ਨੇ ਸੰਯੁਕਤ ਕਿਸਾਨ ਮੋਰਚੇ ਦਾ, ਕਿ ਜੇ ਉਹ ਨਹੀਂ ਮੰਨਦੇ ਤਾਂ ਉਹ ਇਹਦੇ ਦੇ ਜਿਵੇਂ ਭਾਰਤ ਬੰਦ ਦਾ ਸੱਦਾ ਦਿੱਤਾ ਤੇ ਇੰਨਾ ਲੋਕਾਂ ਨੇ ਹੁੰਗਾਰਾ ਭਰਿਆ, ਠੀਕ ਹੈ ਨਾ, ਤਾਂ ਉਹਨਾਂ ਨੂੰ ਸੱਦਾ ਦੇਣਾ, ਵੱਡਾ ਸੱਦਾ ਦੇਣਾ ਚਾਹੀਦਾ ਇਸ ਗੱਲ ਦੇ ਉੱਤੇ ਵੀ, ਖਰੀਦ ਵਾਲੇ ਮਸਲੇ ਨੂੰ ਲੈ ਕੇ। ਵੈਸੇ ਤਾਂ ਇਹ ਆ ਵੀ ਕਿਉਂਕਿ ਇਲੈਕਸ਼ਨ ਅੱਗੇ 2022 ਦੇ ਵਿੱਚ ਸਰਕਾਰ ਇਦਾਂ ਦਾ ਪੰਗਾ ਨਹੀਂ ਲਊਗੀ, ਉਹ ਮੰਨ ਜਾਣਗੇ। ਜੇ ਉਹ ਨਹੀਂ ਮੰਨਦੇ ਤਾਂ ਉਹ ਸੱਦਾ ਦੇਣ, ਤੇ ਅਸੀਂ ਡਟਣ ਲਈ ਤਿਆਰ ਹਾਂ ਉਹਨਾਂ ਦੇ ਨਾਲ। ਜੀ, ਇਹਦੇ ਪਿੱਛੇ ਕੋਈ ਮਨਸ਼ਾ ਕੀ ਹੋ ਸਕਦੀ ਹੈ? ਕਿਉਂਕਿ ਸਰਕਾਰ ਨੇ ਕਿਹਾ ਕਿ ਨਮੀ ਨੂੰ ਲੈ ਕੇ ਝੋਨੇ ਜਿਹੜੀ ਆਪਾਂ ਮੋਇਸਚਰ ਹੁੰਦਾ, ਕਿ ਤੁਸੀਂ ਕਿਸਾਨਾਂ ਨੂੰ, ਉਹਨਾਂ ਨੇ ਕਿਹਾ ਕਿ ਤੁਸੀਂ ਬਾਅਦ ਚੋਂ ਮੰਡੀਆਂ 'ਚ ਬੈਠੇ ਰਹਿਣਾ, ਇਹਦੇ ਨਾਲੋਂ ਬੈਟਰ ਹੈ ਜਿਹੜਾ ਪੰਜਾਬ ਤੇ ਹਰਿਆਣੇ ਦੇ ਵਿੱਚ ਖਾਸ ਕਰਕੇ ਮੌਸਮ ਦੀ ਤਬਦੀਲੀ ਹੋਈ ਸੀ ਇਸ ਵਾਰ, ਕਹਿੰਦੇ ਉਹਦੇ ਕਰਕੇ ਜਿਹੜੀ ਫਸਲ ਥੋੜੀ ਜਿਹੀ 5-7 ਦਿਨ ਬਾਅਦ ਪੱਕੂ। ਉਹਨਾਂ ਨੇ ਤਾਂ ਕਰਕੇ ਕਿਹਾ ਕਿ ਅਸੀਂ ਕਿਸਾਨਾਂ ਦੀ ਉਹ ਚੰਗੇ ਵਾਸਤੇ ਕਹਿ ਰਹੇ ਹਾਂ ਕਿ ਆਪਾਂ 10 ਤਰੀਕ ਨੂੰ ਖਰੀਦ ਕਰ ਲੈਂਦੇ ਹਾਂ। ਤੇ ਇਹਦੇ ਪਿੱਛੇ ਮਨਸ਼ਾ ਕੀ ਲੱਗਦੀ ਹੈ ਤੁਹਾਨੂੰ ਸਰਕਾਰ ਦੀ, ਕਿ ਜਾਣਬੁੱਝ ਕੇ ਕੋਈ ਏਜੰਡਾ ਤਿਆਰ ਕੀਤਾ ਜਾ ਰਿਹਾ ਜਾਂ ਬਾਕੀ ਦੇ ਵਿੱਚ ਇਹ ਗੱਲ ਹੈਗੀ ਆ? ਦੇਖੋ, ਇਸ਼ੂ ਕ੍ਰੀਏਟ ਕੀਤਾ ਜਾ ਰਿਹਾ, ਜਾਣਬੁੱਝ ਕੇ ਇਸ਼ੂ ਕ੍ਰੀਏਟ ਕੀਤਾ ਜਾ ਰਿਹਾ, ਠੀਕ ਹੈ ਨਾ। ਇਸ਼ੂ ਹੈ ਇਹ ਵੀ, ਇੱਕ ਮਸਲਾ ਪਤਾ ਕੀ ਹੈ? ਮਸਲਾ ਇਹ ਹੈ ਕਿ ਸਰਕਾਰ ਜਿਹੜੀ ਹੈਗੀ ਆ, ਉਹ ਜਿਹੜੇ ਚੋਣ ਵਾਅਦੇ ਕਰਕੇ ਉਹਨਾਂ ਨੇ ਸਰਕਾਰ ਬਣਾਈ, ਕਾਂਗਰਸ ਨੇ, ਉਹਨਾਂ ਦੇ ਨੂੰ ਲੈ ਕੇ ਘਿਰੀ ਹੋਈ ਹੈ। ਉਹ ਕਿਤੇ ਨਾ ਕਿਤੇ ਜਿਹੜਾ ਹੁਣ ਇਹਨਾਂ ਨੇ ਮਤਲਬ ਕਿ ਖੇਡ ਸ਼ੁਰੂ ਕੀਤਾ ਹੋਇਆ ਵੀ ਕੋਈ ਮੁੱਖ ਮੰਤਰੀ ਦੇ ਅਸਤੀਫਾ ਦੇ ਗਿਆ, ਹੈ ਨਾ, ਕੋਈ ਪ੍ਰਧਾਨਗੀ ਤੋਂ ਅਸਤੀਫਾ ਦੇ ਗਿਆ, ਕੋਈ ਮੁੱਖ ਮੰਤਰੀ ਬਣ ਗਿਆ, ਕੋਈ ਨਵਾਂ ਪ੍ਰਧਾਨ ਬਣਨ ਜਾ ਰਿਹਾ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਜਿਹੜਾ ਇਹ ਖੇਡ ਆ, ਉਹਨਾਂ ਗੱਲਾਂ ਤੋਂ ਲੋਕ ਸਵਾਲ ਨਾ ਪੁੱਛਣ, ਉਹਨਾਂ ਸਵਾਲਾਂ ਤੋਂ ਭੱਜਣ ਦਾ ਇੱਕ ਤਰੀਕਾ ਹੈਗਾ, ਉਹ ਸਵਾਲਾਂ ਤੋਂ ਭੱਜਿਆ ਜਾ ਰਿਹਾ, ਲੋਕਾਂ ਦਾ ਧਿਆਨ ਡਾਇਵਰਟ ਕੀਤਾ ਜਾ ਰਿਹਾ। ਹੁਣ ਲੋਕਾਂ ਨੂੰ ਇਸ ਗੱਲ ਤੇ ਲਾ ਦਿਓ ਵੀ ਇੱਕ ਗੱਲ ਤੇ ਅੜ ਜਾਓ ਵੀ ਇਹਦੀ ਖਰੀਦ ਨਹੀਂ ਕਰਨੀ, ਲੋਕ ਉਹ ਗੱਲਾਂ ਪੁੱਛਣ ਦੀ ਥਾਂ ਤੇ ਇਹਦੇ ਤੇ ਲੱਗੇ ਰਹਿਣ। ਆਹ ਹੈ ਗੱਲ, ਬਸ ਹੋਰ ਕੁਝ ਨਹੀਂਗਾ, ਮਤਲਬ ਕਿ ਸਭ ਧਿਆਨ ਭਟਕਾਉਣ ਦੇ ਵਾਸਤੇ। ਤੇ ਇੱਕ ਆਖਰੀ ਸਵਾਲ ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਆਪਣੇ ਕਿਸਾਨ ਨੇ ਜਿਹੜੇ ਲੰਬੇ ਸਮੇਂ ਤੋਂ ਬੈਠੇ ਨੇ ਉੱਥੇ ਦਿੱਲੀ ਦੀਆਂ ਸਰਹੱਦਾਂ ਤੇ, ਸਿਰਫ ਆਪਣੀਆਂ ਮੰਗਾਂ ਨੂੰ ਲੈ ਕੇ ਕਿ ਕਾਨੂੰਨ ਰੱਦ ਕਰ ਦਿਓ, ਜੋ ਮਰਜ਼ੀ ਹੋ ਜੇ, ਕਾਨੂੰਨ ਅਸੀਂ ਰੱਦ ਕਰਕੇ ਫੇਰ ਹੀ ਵਾਪਸ ਆਉਣਾ। ਲੱਖਾਂ ਕਿਸਾਨ ਆਪਣੇ ਪੰਜਾਬ 'ਚੋਂ, ਪੂਰੇ ਭਾਰਤ ਤੋਂ, ਉਸ ਤੋਂ ਬਾਅਦ ਵਿਸ਼ਵ 'ਚ ਜਿੱਥੇ ਵੀ ਪੰਜਾਬੀ ਵਸਦੇ ਨੇ, ਸਾਰੇ ਚੀਜ਼ ਦੇ ਹੱਕ 'ਚ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਜਿਹੜੇ ਉੱਥੇ ਬੈਠੇ ਨੇ ਆਪਦੇ ਘਰਾਂ ਨੂੰ ਛੱਡ ਕੇ। ਤੇ ਕੀ ਲੱਗਦਾ ਤੁਹਾਨੂੰ ਐਟ ਦੀ ਐਂਡ ਜਾ ਕੇ ਕੀ ਹੋਊਗਾ? ਕਿਸਾਨਾਂ ਦੀ ਖਾਤਰ ਸਰਕਾਰ ਆ ਜਿਹੜੀ ਉਹ ਬਿੱਲ ਰੱਦ ਕਰ ਦੇਗੀ, ਜਾਂ ਫਿਰ ਸਾਰੀ ਬਾਗਡੋਰ ਕਿਸਾਨਾਂ ਤੋਂ ਬਦਖਲਾਫੀ ਕਰਕੇ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦੇਣੀ ਹੈ, ਉਹਨਾਂ ਨੂੰ ਫੜਾ ਦੇਣੀ ਹੈ? ਕੀ ਲੱਗਦਾ ਤੁਹਾਨੂੰ? ਸਰਕਾਰ ਦੀ ਮਨਸ਼ਾ ਤਾਂ ਇਹੀ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਇਹ ਜਿਹੜਾ ਸਾਰਾ ਜਿਹੜਾ ਮਤਲਬ ਖੇਤੀ ਵਾਲਾ ਧੰਦਾ ਆ, ਜ਼ਮੀਨ ਜਿਹੜੀ ਹੈਗੀ ਆ, ਬੇਸਿਕਲੀ ਤਾਂ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਵਿਸ਼ਵ ਦੇ ਵਿੱਚ, ਉਹ ਪ੍ਰੋਸੈਸਡ ਫੂਡ ਦਾ ਹੀ ਬਿਜ਼ਨਸ ਦਾ ਦੌਰ ਹੈ, ਠੀਕ ਹੈ। ਔਰ ਪ੍ਰੋਸੈਸਡ ਫੂਡ ਪ੍ਰੋਸੈਸ ਕਰਨ ਦੇ ਲਈ ਪਹਿਲਾਂ ਕੱਚਾ ਮਾਲ ਚਾਹੀਦਾ ਹੈ ਨਾ, ਕੱਚਾ ਮਾਲ ਜ਼ਮੀਨ 'ਚੋਂ ਪੈਦਾ ਹੋਣਾ।
ਤਾਂ ਉਹ ਕਾਰਪੋਰੇਟ ਵੈਸੇ ਪ੍ਰੋਸੈਸਡ ਫੂਡ ਦਾ ਬਿਜ਼ਨਸ ਕਰ ਵੀ ਰਿਹਾ ਹੈ, ਪਰ ਉਹਨਾਂ ਨੂੰ ਇਹ ਵੀ ਗਵਾਰਾ ਨਹੀਂਗਾ ਵੀ ਜਿਹੜਾ ਉਹ ਕੱਚਾ ਮਾਲ ਕਿਸਾਨਾਂ ਤੋਂ ਖਰੀਦਣਾ ਪੈਂਦਾ ਨਾ, ਵੀ ਸਾਨੂੰ ਖਰੀਦਣਾ ਵੀ ਨਾ ਪਵੇ, ਉਹ ਸਾਡੀਆਂ ਹੀ ਜ਼ਮੀਨਾਂ ਹੋਣ, ਉੱਥੋਂ ਹੀ ਅਸੀਂ ਪੈਦਾ ਕਰੀਏ, ਆਪਣੇ ਤਰੀਕੇ ਨਾਲ ਹੀ ਕਰੀਏ ਸਾਰਾ ਕੁਝ, ਔਰ ਆਪਣੇ ਤਰੀਕੇ ਨਾਲ ਜਿਹੜੀ ਮਰਜ਼ੀ ਮੰਡੀ 'ਚ, ਵਿਸ਼ਵ ਦੀ ਮੰਡੀ 'ਚ ਰੇਟ ਜ਼ਿਆਦਾ ਉੱਥੇ ਵੇਚੀਏ, ਮੁਲਕ ਦੇ ਵਿੱਚ ਭਾਵੇਂ ਲੋਕ ਭੁੱਖੇ ਮਰਦੇ ਹੋਣ। ਔਰ ਇਸ ਕਿਸਮ ਦੇ ਕਾਨੂੰਨ ਸਰਕਾਰ ਨੇ ਬਣਾਏ ਕਾਰਪੋਰੇਟ ਨੂੰ ਆਹ ਸਾਰਾ ਕੁਝ ਕਰਨ ਦੇ ਲਈ, ਜਿਹੜਾ ਕਿ ਇਕੱਲੇ ਕਿਸਾਨਾਂ ਦੇ ਖਿਲਾਫ ਨਹੀਂਗਾ, ਇਹ ਮਨੁੱਖਤਾ ਦੇ ਖਿਲਾਫ ਆ, ਮਨੁੱਖਤਾ ਦੇ ਖਿਲਾਫ ਆ। ਔਰ ਸਰਕਾਰ ਔਰ ਕਿਸਾਨ ਡਟੇ ਹੋਏ 10 ਮਹੀਨਿਆਂ ਤੋਂ ਇੱਕੋ ਗੱਲ ਦੇ ਡਟੇ ਹੋਏ ਆ ਵੀ ਕਾਨੂੰਨ ਤਿੰਨੇ ਰੱਦ ਹੋਣੇ ਚਾਹੀਦੇ, MSP ਦੀ ਕਾਨੂੰਨੀ ਗਰੰਟੀ ਹੋਣੀ ਚਾਹੀਦੀ ਹੈ। ਔਰ ਸਰਕਾਰ ਜਿਹੜੀ ਹੈਗੀ ਆ ਉਹ ਉੱਦਾਂ ਆਪਣੀ ਮਨਸ਼ਾ ਨਾਲ ਨਹੀਂ ਝੁਕਣ ਲੱਗੀ, ਉਹ ਸੰਘਰਸ਼ ਦੇ ਦਬਾਅ ਕਰਕੇ ਝੁਕੂਗੀ। ਇਸੇ ਕਰਕੇ ਅਸੀਂ ਬੇਨਤੀ ਵੀ ਕਰਦੇ ਹਾਂ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਨੂੰ, ਜਾਂ ਇਸ ਮੋਰਚੇ ਦੀ ਲੀਡਰਸ਼ਿਪ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਿਹੜੀ ਹੈ ਉਹ ਇੱਕ ਵੱਡਾ ਹਿੱਸਾ ਹੈ ਜਿਹੜਾ ਇਮਾਨਦਾਰ ਆ, ਜਿਹੜਾ ਮੋਰਚੇ ਦੀ ਲੋੜ ਤੇ ਸਮਰੱਥਾ ਦੇ ਮੁਤਾਬਕ ਇਸ ਅੰਦੋਲਨ ਨੂੰ ਲੜਨਾ ਚਾਹੁੰਦਾ, ਲੋਕਾਂ ਦੇ ਜਜ਼ਬੇ ਤੇ ਉਹਦੀਆਂ ਭਾਵਨਾਵਾਂ ਦੇ ਮੁਤਾਬਕ ਲੜਨਾ ਚਾਹੁੰਦਾ। ਅਸੀਂ ਉਹਨਾਂ ਨੂੰ ਵਾਰ-ਵਾਰ ਅਪੀਲ ਕਰਦੇ ਹਾਂ ਕਿ ਜਿਹੜੀ ਉਹ ਧਿਰ ਆ ਜਿਹੜੀ ਸਰਕਾਰ ਦੇ ਅਕੋਰਡਿੰਗ ਚੱਲਣਾ ਚਾਹੁੰਦੀ ਹੈ, ਉਹਨੂੰ ਓਵਰਕਮ ਕਰਨ, ਉਹਨੂੰ ਕ੍ਰਸ਼ ਕਰਨ, ਠੀਕ ਹੈ, ਆਪਣਾ ਧੜਾ ਮਜ਼ਬੂਤ ਕਰਨ। ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤੇ ਵੱਡੀ ਕਾਲ ਆਉਣੀ ਚਾਹੀਦੀ ਹੈ, ਤਿੱਖੀ ਕਾਲ ਆਉਣੀ ਚਾਹੀਦੀ ਹੈ, ਕਿਉਂਕਿ ਜੋ ਸਰਕਾਰ ਜਦੋਂ ਦੇਖੋ ਤੁਹਾਡੀ ਲੜਾਈ ਦਾ ਜਿਹੜਾ ਕਰੈਕਟਰ ਹੈ ਨਾ, ਉਹ ਤੁਹਾਡੀ ਕਪੈਸਿਟੀ ਔਰ ਸਾਹਮਣੇ ਵਾਲਾ ਜਿਹੜਾ ਬੰਦਾ ਜਿਹਦੇ ਨਾਲ ਤੁਹਾਡੀ ਲੜਾਈ ਹੈ ਉਹਦਾ ਰੁਖ ਕੀ ਹੈ ਤੁਹਾਡੇ ਪ੍ਰਤੀ, ਰੁਖ ਦੁਸ਼ਮਣ ਦਾ ਰੁਖ ਕੀ ਹੈ, ਉਹਦੇ ਮੁਤਾਬਕ ਤੈਅ ਹੁੰਦੀ ਹੈ। ਦੁਸ਼ਮਣ ਦਾ ਰੁਖ ਬਹੁਤ ਜ਼ਾਲਮ ਤੇ ਅੜੀ ਵਾਲਾ, ਤੇ ਸਾਡੀ ਕਪੈਸਿਟੀ ਵੀ ਘੱਟ ਹੈ ਨਹੀਂ ਗੀ, ਕਿਸਾਨਾਂ ਦੇ ਜਜ਼ਬੇ ਦੀ, ਉਹਦੀ ਸਮਰੱਥਾ ਦੀ ਕੋਈ ਘਾਟ ਨਹੀਂ, ਪੂਰੀ ਦੁਨੀਆ ਸਾਡੇ ਨਾਲ ਖੜੀ ਹੈ। ਸੋ ਇਸ ਕਰਕੇ ਇਹਨਾਂ ਗੱਲਾਂ ਨੂੰ ਜੇ ਅਸੀਂ ਆਧਾਰ ਬਣਾ ਲਈਏ ਤਾਂ ਸਾਨੂੰ ਉਸ ਆਧਾਰ ਦੇ ਵਿੱਚ ਇੱਕੋ ਹੀ ਗੱਲ ਨਿਕਲਦੀ ਹੈ ਕਿ ਵੱਡੀ ਕਾਲ ਤੇ ਤਿੱਖੀ ਕਾਲ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਪ੍ਰੋਫੈਸਰ ਪ੍ਰਭਜੋਤ ਸਿੰਘ ਘੱਗਾ, ਜਿਨ੍ਹਾਂ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ ਹੈ। ਗੱਲ ਦੱਸਦੀ ਹੈ ਕਿ ਇਹ ਬਹੁਤ ਲੰਮੇ ਸਮੇਂ ਤੋਂ ਜਿਹੜਾ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਨੇ। ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਬਲਵੀਰ ਸਿੰਘ ਰਾਜੇਵਾਲ ਹੋਣਾ ਖਿਲਾਫ ਇਹ ਗੱਲ ਕਹੀ ਕਿ ਉਹ ਜਿਹੜਾ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ, ਜਿਸ ਤਰ੍ਹਾਂ ਸਰਕਾਰ ਕਹਿੰਦੀ ਆ ਉਸ ਤਰ੍ਹਾਂ ਦੀ ਰੂਪਰੇਖਾ ਜਿਹੜੀ ਅੰਦੋਲਨ ਨੂੰ ਦਿੱਤੀ ਜਾ ਰਹੀ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਅਸੀਂ ਵੱਡੀ ਕਾਲ ਦੀ ਉਡੀਕ ਦੇ ਵਿੱਚ ਹਾਂ। ਅਸੀਂ ਕਹਿੰਦੇ ਹਾਂ ਕਿ ਜਿਹੜੀ ਧਿਰ ਸਰਕਾਰ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦੀ ਹੈ, ਸਰਕਾਰ ਦੇ ਮਿੱਥੀ ਰੂਪਰੇਖਾ ਦੇ ਅਨੁਸਾਰ ਜਿਹੜਾ ਅੰਦੋਲਨ ਨੂੰ ਚਲਾਉਣਾ ਚਾਹੁੰਦੀ ਆ, ਉਹਨੂੰ ਦਰਕਿਨਾਰ ਕੀਤਾ ਜਾਵੇ। ਤੇ ਜਿਹੜੇ ਕਿਸਾਨ ਸੱਚੇ ਦਿਲੋਂ ਪੂਰੀ ਕਿਸਾਨੀ ਦੇ ਲਈ, ਪੂਰੀ ਇਨਸਾਨੀਅਤ ਦੇ ਲਈ ਡਟ ਕੇ ਖੜੇ ਨੇ, ਉਹਨਾਂ ਦਾ ਸਾਥ ਦਿੱਤਾ ਜਾਵੇ। ਕੈਮਰਾਮੈਨ ਵਿਨੋਦ ਪ੍ਰਕਾਸ਼ ਦੇ ਨਾਲ ਮੈਂ ਇੰਦਰ ਚਹਿਲ, ਦਾ ਸਟੋਰੀ TV।